ਸੁਜਾਨ ਸਿੰਘ ਦੀ ਕਹਾਣੀ ਹੈ ਗਊ ਮਾਤਾ। ਡੁੱਬਦੇ ਸੂਰਜ ਨੂੰ ਪਿੱਠ ਦੇ ਕੇ ਮੈਂ ਸ਼ਹਿਰ ਦਾ ਰੁੱਖ ਕੀਤਾ। ਮੇਰਾ ਪਰਛਾਵਾਂ ਮੇਰੇ ਸਾਹਮਣੇ ਅਨੰਤ ਬਣ ਗਿਆ ਸੀ। ਉਹਨੂੰ ਸ਼ਾਮਾਂ ਦੀ ਕੁਸਮੁਸੇ 'ਚ ਅਲਾਦੀਨ ਦੇ ਵੱਸੀ ਭੂਤ ਦਿਓ ਵਾਂਗ ਗੁੰਮ ਹੁੰਦਾ ਵੇਖਦਾ, ਅੱਧ ਉਜੜੇ ਕਮਾਦਾਂ ਤੇ ਅਣਵਾਈਆਂ ਤੇ ਅਣਬੀਜੀਆਂ ਪੈਲੀਆਂ 'ਚੋਂ ਲੰਘਦਾ ਮੈਂ ਸ਼ਹਿਰ ਦੀਆਂ ਰੂੜੀਆਂ ਲਾਗੇ ਪਹੁੰਚਿਆ। 2-2.5 ਮਹੀਨਿਆਂ ਮਗਰੋਂ ਕੁਦਰਤ ਦੇ ਖੁੱਲ੍ਹੇ ਨਜ਼ਾਰਿਆਂ ਤੋਂ ਪ੍ਰਾਪਤ ਆਨੰਦ ਦਾ ਮਜ਼ਾ ਕਿਰਕਰਾ ਹੋ ਗਿਆ ਜਦ ਅਚਾਨਕ ਉੱਠੇ ਬੁੱਲੇ ਨੇ ਬੋ ਦਾ ਰੁੱਖ ਮੇਰੇ ਵੱਲ ਕਰ ਦਿੱਤਾ। ਮੈਂ ਰੁਮਾਲ ਕੱਢ ਕੇ ਨੱਕ ਮੂੰਹ ਕੱਜ ਲਿਆ। ਹਿੰਦ ਦੀ ਆਜ਼ਾਦੀ ਦੀ ਖੁਸ਼ੀ ਨੂੰ ਵੀ ਫਿਰਕੂ ਝਗੜਿਆਂ ਨਾਲ ਸੰਬੰਧਿਤ ਅੰਗਾਂ, ਉਦਾਲਿਆਂ ਤੇ ਕਤਲਾਂ ਦੀ ਬਦਬੂ ਨੇ ਇਵੇਂ ਕਿਰਕਰਾ ਬਣਾ ਦਿੱਤਾ ਸੀ। ਪੁਰਾਣੀ ਸੱਭਿਅਤਾ, ਸੋਹਣੇ ਸਦਾਚਾਰ ਤੇ ਉੱਚੇ ਧਰਮਾਂ ਦਾ ਦਮ ਭਰਨ ਵਾਲੀ ਮਨੁੱਖਤਾ ਕਿੰਨੀ ਬਦਬੂ ਪੈਦਾ ਕਰ ਸਕਦੀ ਹੈ, ਇਹਦਾ ਸਹੀ ਰੂਪ ਮੈਂ ਸਫਾਈ ਪਸੰਦ ਸ਼ਹਿਰ ਵਿੱਚੋਂ ਨਿਕਲੇ ਗੰਦ ਦੇ ਢੇਰਾਂ ਵਿੱਚੋਂ ਦੇਖਿਆ। ਉੱਥੇ ਨਵੇਂ ਪੁਰਾਣੇ ਕਈ ਮੁਰਦਾਰ ਪਏ ਸਨ। ਵਿੱਚ ਸੁੱਕੇ ਪਿੰਜਰਾਂ ਦਾ ਝੌਲਾ ਪੈਂਦਾ ਸੀ। ਰਾਤ ਦੀ ਆਉਂਦ ਤੋਂ ਡਰ ਕੇ ਗਿਰਜਾਂ ਵੀ ਉੱਡ ਕੇ ਸੁੰਨਿਆਂ ਦਰਖਤਾਂ ਦੀਆਂ ਉੱਚੀਆਂ ਟਾਹਣੀਆਂ 'ਤੇ ਜਾ ਬੈਠੀਆਂ ਸੀ। ਹਵਾ ਨੇ ਆਪਣੇ ਅਸਲੀ ਰੁੱਖ ਵਗਣਾ ਸ਼ੁਰੂ ਕਰਕੇ ਬਦਬੂ ਨੂੰ ਘਟਾ ਦਿੱਤਾ ਸੀ। ਢੇਰ ਪਰੇ ਕੋਈ ਖੋਤਾ ਰੂੜੀ 'ਤੇ ਚਰਦਾ ਪਿਆ ਸੀ। ਖੋਤਾ ਸਦਾ ਰੂੜੀ ਹੀ ਚਰੇਗਾ, ਉਹਨੂੰ ਖੁਸ਼ਬੂ ਦੀ ਸ਼ਨਾਸ ਕਿੱਥੇ? ਆਹ ਭੁੱਲੀ ਮਨੁੱਖਤਾ, ਕੀ ਉਹ ਝਗੜੇ ਉਪਜਾਊ ਲੀਡਰਾਂ ਦੇ ਖਿਆਲਾਂ 'ਤੇ ਪਲ ਕੇ ਰੂੜੀ ਨਹੀਂ ਚਰ ਰਹੀ? ਮੈਂ ਇੱਦਾਂ ਸੋਚ ਰਿਹਾ ਸੀ। ਉਹ ਜਾਣ ਵਾਲੇ ਜਿਵੇਂ ਮੈਨੂੰ ਖੋਤੇ ਨੇ ਪੁਕਾਰਿਆ। ਮੈਂ ਉਰੇ ਪਰੇ ਚੰਗੀ ਤਰ੍ਹਾਂ ਹਨੇਰੇ 'ਚ ਦੇਖਿਆ, ਪਰ ਲਾਗੇ ਚਾਗੇ ਕੋਈ ਨਹੀਂ ਸੀ। ਤੈਨੂੰ ਕਿਹਾ, ਤੈਨੂੰ, ਜਿਵੇਂ ਖੋਤੇ ਨੇ ਸਪਸ਼ਟਤਾ ਲਈ ਜ਼ੋਰ ਦਿੱਤਾ ਹੋਵੇ। ਮੈਂ ਡਰ ਗਿਆ। ਭਾਵੇਂ ਮੈਂ ਜਿੰਨਾ ਭੂਤਾਂ 'ਤੇ ਵਿਸ਼ਵਾਸ ਨਹੀਂ ਰੱਖਦਾ, ਮੈਂ ਬਿਨਾਂ ਉਸੇ ਪਾਸੇ ਦੇਖਿਆ ਅਗਾਂਹ ਵਧਿਆ। ਧਿਆਨ। ਉਸ ਮੁੜ ਆਵਾਜ਼ ਦਿੱਤੀ। ਮੈਨੂੰ ਕਈ ਸਾਲਾਂ ਤੋਂ ਕਿਸੇ ਨੇ ਇਸ ਨਾਂ ਨਾਲ ਨਹੀਂ ਸੀ ਪੁਕਾਰਿਆ। ਸਮੇਂ ਦੇ ਸਬੰਧ ਅਨੁਸਾਰ ਵਾਕਫ ਤੇ ਦੋਸਤ ਮੈਨੂੰ ਫਿਲਾਸਫਰ, ਬਾਊ ਜੀ, ਗਿਆਨੀ ਜੀ, ਮਾਸਟਰ ਜੀ, ਪ੍ਰੋਫੈਸਰ ਸਾਹਿਬ ਕਹਿ ਕੇ ਬੁਲਾਉਂਦੇ ਸੀ। ਧਿਆਨ ਮੈਨੂੰ ਮੇਰਾ ਇੱਕੋ ਦੋਸਤ ਕਿਹਾ ਕਰਦਾ ਸੀ, ਪਰ ਮੇਰੀ ਸਵਰਗਵਾਸੀ ਮਾਤਾ ਦੇ ਵਿਰੋਧ 'ਤੇ ਧਿਆਨ ਸਿੰਘ ਸੱਦਣ ਲੱਗ ਪਿਆ ਸੀ। ਧਿਆਨ ਕਹਿ ਕੇ ਸੱਦਣਾ ਬਸ ਇੱਕ ਮੇਰੀ ਮਾਤਾ ਦਾ ਹੀ ਹੱਕ ਸੀ, ਪਰ ਉਹ ਕਿੱਥੇ? ਇਹ ਹੋ ਹੀ ਨਹੀਂ ਸਕਦਾ। ਹਾਂ, ਮੈਂ ਤੇਰੀ ਮਾਂ ਹਾਂ, ਮੈਨੂੰ ਉਹ ਖੋਤਾ ਕਹਿੰਦਾ ਜਾਪਿਆ। ਮੈਂ ਬਹੁਤ ਘਬਰਾ ਗਿਆ। ਮੈਂ ਤੇਰੀ ਮਾਂ ਹਾਂ ਲਖਾਰੀ, ਮੈਂ ਤੇਰੀ ਮਾਂ ਹਾਂ ਗਊ ਮਾਤਾ, ਤੇਰੀ ਮਾਂ। ਮੈਥੋਂ ਡਰਨਾ। ਮੇਰੀਆਂ ਬਦਅਸੀਸਾਂ ਵੀ ਤੇਰੇ ਲਈ ਸ਼ੁਭ ਕਾਮਨਾਵਾਂ ਬਣ ਕੇ ਨਿਕਲਣਗੀਆਂ। ਆਵਾਜ਼ ਮੇਰੇ ਪਿੱਛੋਂ ਆ ਰਹੀ ਸੀ। ਪਤਾ ਨਹੀਂ ਉਸ ਆਵਾਜ਼ 'ਚ ਕੀ ਜਾਦੂ ਖਿੱਚ ਸੀ। ਮੈਂ ਸਾਰਿਆਂ ਡਰਾਂ ਤੇ ਖਤਰਿਆਂ ਨੂੰ ਭੁੱਲ ਕੇ ਮੁੜ ਕੇ ਦੇਖਿਆ। ਸੱਚਮੁੱਚ ਹੀ ਤਾਂ ਉਹ ਖੋਤਾ ਨਹੀਂ ਸੀ, ਗਊ ਸੀ। ਗਊ। ਕਾਫੀ ਹਨੇਰਾ ਸੀ, ਪਰ ਮੈਨੂੰ ਗਊ ਸਾਫ਼ ਦਿਸ ਰਹੀ ਸੀ, ਜਿਵੇਂ ਮੈਂ ਉੱਲੂ ਬਣ ਗਿਆ ਹੋਵਾਂ, ਦੂਰ ਤੱਕ ਹਨੇਰੇ 'ਚ ਦੇਖ ਸਕਣ ਵਾਲਾ। ਮੈਂ ਉਸ ਗਊ ਵੱਲ ਖਿੱਚਿਆ ਜਾ ਰਿਹਾ ਸਾਂ, ਕਿਵੇਂ ਕਿਸੇ ਸਰਾਲ ਦੇ ਮੂੰਹ 'ਚ ਪੈਣ ਲਈ ਹਰਨ। ਕਾਫੀ ਨੇੜੇ ਪੁੱਜਣ 'ਤੇ ਕਿਸੇ ਦੁਖੀ ਇਸਤਰੀ ਦੀ ਆਵਾਜ਼ 'ਚੋਂ ਗਊ ਬੋਲੀ, ਕਹਾਣੀ ਲੇਖਕ, ਖਲੋ ਤੇ ਸੁਣ ਮੇਰੀ ਕਹਾਣੀ। ਮੇਰੀ ਅੰਦਰਲੀ ਹੈਰਾਨੀ ਬੁੱਝਦਿਆਂ ਹੋਇਆਂ ਉਹ ਫੇਰ ਬੋਲੀ, ਹਾਂ, ਤੂੰ ਮਨੁੱਖਾਂ ਦੀਆਂ ਕਹਾਣੀਆਂ ਲਿਖਦਾ ਹੈ? ਬੇਜ਼ੁਬਾਨ ਪਸ਼ੂਆਂ ਦੀ ਵੀ ਕਹਾਣੀ ਹੁੰਦੀ ਹੈ, ਜਿਵੇਂ। ਕੁਝ ਚਿਰ ਲਈ ਉਹ ਗਾਂ ਚੁੱਪ ਹੋ ਗਈ, ਜਿਵੇਂ ਕੋਈ ਅਚੰਭਾ ਕਹਾਣੀ ਸੁਣਾਉਣ ਲਈ ਤਿਆਰ ਹੋ ਰਹੀ ਹੋਵੇ। ਮੈਨੂੰ ਚੇਤੇ ਆਇਆ ਜਦੋਂ ਮੈਂ ਮਸਾਂ 8-9 ਸਾਲਾਂ ਦਾ ਸੀ, ਕਲਕੱਤੇ ਇੱਕ ਗਊ ਕਸਾਈ ਦੀ ਛੁਰੀ ਹੇਠਾਂ ਬੋਲ ਉੱਠੀ ਸੀ, ਮੁਝੇ ਮਤ ਮਾਰੋ, ਤੇ ਕਸਾਈ ਘਬਰਾ ਗਏ ਸਨ। ਮਗਰ ਉਹ ਗਾਂ ਕਿਸੇ ਸੇਠ ਨੇ ਖਰੀਦ ਲਈ ਸੀ। ਚੋਖੀ ਅਜਾਇਬ ਘਰ ਦੇ ਦਰਸ਼ਕਾਂ ਜਿੰਨੀ ਭੀੜ ਉਹਨੂੰ ਦੇਖਣ ਲਈ ਜਾਂਦੀ ਸੀ, ਤੇ ਸੇਠ ਹੋਰਾਂ ਨੇ ਉਹਦੇ ਦਰਸ਼ਨ ਦੇ ਚੋਖੇ ਪੈਸੇ ਵੱਟੇ ਸਨ। ਮਗਰੋਂ ਇੱਕ ਰੌਲਾ ਪਿਆ ਸੀ ਕਿ ਉਹਦੇ ਬੋਲਣ ਦੀ ਗੱਲ ਗੱਪ ਸੀ। ਪਰ ਮੈਂ ਤੇ ਸਾਖਿਅਤ ਤੇਰੇ ਸਾਹਮਣੇ ਬੋਲ ਰਹੀ ਹਾਂ ਲੇਖਕ। ਲੋਕੀ ਆਖਦੇ ਹੁੰਦੇ ਸਨ, ਧੀਆਂ ਤੇ ਗਊਆਂ ਹੁੰਦੀਆਂ, ਜਿਹਨੂੰ ਮਰਜ਼ੀ ਉਹਨਾਂ ਦਾ ਰੱਸਾ ਫੜਾ ਦਿਓ। ਪਰ ਸਮਾਜ ਦੇ ਇਸ ਹੱਕ ਤੇ ਅਜੋੜ ਜੋੜਾਂ ਤੋਂ ਦੁਖੀ ਹੋ ਕੇ ਉਹ ਵੀ ਬੋਲ ਪਈਆਂ ਹਨ। ਮੈਂ ਵੀ ਅੱਜ ਰੋਮ ਦੁਖੀ ਹੋ ਕੇ ਬੋਲੀ ਹਾਂ, ਤੇ ਗਊ ਵੀ, ਜਿਹਦੇ ਸਬੰਧ 'ਚ ਤੈਨੂੰ ਸ਼ੱਕ ਹੈ, ਜ਼ਰੂਰ ਬੋਲੀ ਹੋਏਗੀ। ਮੈਂ ਇਸ ਅੰਤਰਜਾਮੀ ਗਊ ਦੀਆਂ ਗੱਲਾਂ ਸੁਣ ਕੇ ਬੜਾ ਹੈਰਾਨ ਹੋਇਆ, ਤੇ ਉਹਦੀਆਂ ਗੱਲਾਂ 'ਚ ਮੇਰੀ ਦਿਲਚਸਪੀ ਵੱਧ ਗਈ। ਹੋਰ ਲਾਗੇ ਹੋ ਕੇ ਮੈਂ ਵੇਖਿਆ, ਉਹ ਇੱਕ ਬੁੱਢੀ ਗਊ ਸੀ। ਉਹਦੀਆਂ ਲੰਮੀਆਂ ਅੱਖਾਂ 'ਚੋਂ ਹੰਝੂ ਵਹਿ ਕੇ ਦੁਪਾਸੜ ਘਰਾਲਾਂ ਬਣ ਚੁੱਕੇ ਸਨ। ਉਹਦੀਆਂ ਹੱਡੀਆਂ ਨਿਕਲੀਆਂ ਹੋਈਆਂ ਸਨ। ਕਮਰੋੜਾਂ ਦਾ ਮਾਸ ਖਬਰੇ ਕਾਵਾਂ ਚੂੰਡਿਆ ਹੋਇਆ ਸੀ। ਉਸ 'ਚ ਪੂਛ ਹਿਲਾਉਣ ਦੀ ਵੀ ਆਸੰਗ ਨਹੀਂ ਸੀ ਜਾਪਦੀ। ਉਹਦਾ ਹਵਾਨਾ ਸੁੱਕਾ ਹੋਇਆ ਸੀ। ਥਣ ਖਾਲੀ ਚੰਮ ਜਿਹੇ ਬਣੇ ਲਮਕ ਰਹੇ ਸਨ, ਪਰ ਉਹ ਕਿਸੇ ਸਵਸਥ ਮੁਟਿਆਰ ਵਾਂਗ ਬੋਲ ਰਹੀ ਸੀ, ਸ਼ਾਇਦ ਕਿਸੇ ਜਾਦੂ ਦੇ ਜ਼ੋਰ ਨਾਲ, ਖਬਰੇ ਕਿਸੇ ਅਸਾਧਾਰਨ ਜਬੇ ਦੇ ਪ੍ਰਵਾਹ ਦੇ ਅਸਰ ਹੇਠ। ਮੇਰੇ ਜਜ਼ਬਿਆਂ ਨੂੰ ਮਗਰੋਂ ਪਰਖੀ ਪੁੱਤਰ, ਪਹਿਲੋਂ ਮੇਰੀ ਕਹਾਣੀ ਸੁਣ। ਹੁੰਗਾਰਿਆਂ ਦੀ ਕੋਈ ਲੋੜ ਨਹੀਂ।
ਮੇਰੇ ਉਬਾਲ ਦਾ ਅੰਤ ਮੇਰਾ ਅੰਤ ਹੋਏਗਾ ਤੇ ਖਬਰੇ ਮੇਰੀ ਇਸ ਕਹਾਣੀ ਨਾਲ ਤੇਰਾ ਤੇ ਤੇਰੀ ਵੱਡੀ ਮਾਂ ਹਿੰਦ ਦਾ ਕੋਈ ਭਲਾ ਹੋ ਸਕੇ। ਕੁਝ ਠਹਿਰ ਕੇ ਉਸ ਕਹਿਣਾ ਆਰੰਭਿਆ। ਕੋਈ 20 ਵਰ੍ਹੇ ਹੋਏ ਮੈਂ ਪਿੰਡ ਨੰਗਲ ਦੇ ਇੱਕ ਬ੍ਰਾਹਮਣ ਦੇ ਘਰ ਜੰਮੀ। ਮੈਂ ਆਪਣੀ ਮਾਂ ਦੀ ਆਖਰੀ ਔਲਾਦ ਸੀ। ਮੇਰੀ ਮਾਂ ਬਹੁਤ ਬੁੱਢੀ ਹੋ ਚੁੱਕੀ ਸੀ। ਉਹਦੀ ਉਮਰ ਮੇਰੀ ਹੁਣ ਦੀ ਉਮਰ ਕੋਲੋਂ 1-2 ਸਾਲ ਘੱਟ ਹੋਏਗੀ। ਉਹ ਬਹੁਤ ਕਮਜ਼ੋਰ ਸੀ, ਜਿਹਦਾ ਕਾਰਨ ਮੈਨੂੰ ਕੋਈ ਸਾਲ ਕੁ ਮਗਰੋਂ ਸਮਝ 'ਚ ਆਇਆ। ਕਮਜ਼ੋਰੀ ਦੇ ਕਾਰਨ ਮੇਰੀ ਮਾਂ ਛੇਤੀ ਦੁੱਧ ਦੇਣੋਂ ਹਟ ਗਈ। ਉਹਨੂੰ ਹਰੇ ਦੀ ਥਾਂ ਸੁੱਕੀ ਤੂੜੀ ਪੈਣੀ ਸ਼ੁਰੂ ਹੋ ਗਈ, ਉਹ ਵੀ ਵੇਲੇ ਕੁ ਵੇਲੇ। ਅਤੇ ਜਦੋਂ ਮੈਂ ਨਿੱਕੀ ਜਿਹੀ ਸਾਂ, ਉਸ ਬ੍ਰਾਹਮਣ ਨੇ ਮੈਨੂੰ ਰੱਜਵਾਂ ਦੁੱਧ ਨਹੀਂ ਸੀ ਚੁੰਘਣ ਦਿੱਤਾ। ਉਸ ਪਿੰਡ ਦਾ ਕੋਈ ਨਕਾਰਾ ਕਿਰਸਾਨ ਹੀ ਆਪਣੇ ਬੱਚੇ ਬੱਚੀਆਂ ਨੂੰ ਇੱਕੋ ਥਾਂ ਚੁਗਾਉਂਦਾ ਸੀ, ਪਰ ਸਾਡਾ ਮਾਲਕ ਤਾਂ ਦਇਆ ਸਰੂਪ ਬ੍ਰਾਹਮਣ ਸੀ ਨਾ। ਮੇਰੀ ਮਾਂ ਬੜੀ ਸੀਲ ਸੀ। ਕੁਝ ਹੀ ਮਹੀਨਿਆਂ ਮਗਰੋਂ ਉਹਨੂੰ ਹੱਥੀਂ ਪਾ ਲਿਆ ਗਿਆ ਅਤੇ ਮੇਰਾ ਅੱਧ ਥਣ ਵੀ ਖੁੱਸ ਗਿਆ। ਮੇਰੀ ਮਾਤਾ ਨੂੰ ਦੁੱਧ ਦੇ ਕਾਰਨ ਚੰਗਾ ਕੁਝ ਮਿਲ ਜਾਂਦਾ ਸੀ, ਪਰ ਮੈਨੂੰ ਸੁੱਕੀ ਤੂੜੀ ਦਿੱਤੀ ਜਾਣ ਲੱਗੀ। ਜੇ ਕਦੀ ਮੇਰੀ ਮਾਂ ਮਮਤਾ ਦੀ ਮਾਰੀ ਮੇਰੇ ਲਈ ਦੁੱਧ ਚੜ੍ਹਾ ਲੈਂਦੀ ਤਾਂ ਪੰਡਤ ਗੁੱਜਰਾਂ ਤੋਂ ਸਿੱਖਿਆ ਐਸਾ ਤਰੀਕਾ ਦੁੱਧ ਲਾਉਣ ਲਈ ਵਰਤਦਾ ਜਿਹਨੂੰ ਦੱਸਦਿਆਂ ਇੱਕ ਪਸ਼ੂ ਨੂੰ ਵੀ ਸ਼ਰਮ ਆ ਜਾਂਦੀ ਹੈ। ਪੰਡਤ ਜੀ ਦਾ 10-11 ਸਾਲਾਂ ਦਾ ਮੁੰਡਾ ਮੈਨੂੰ ਦੁੱਧ ਨਾ ਦੇਣ ਤੋਂ ਖਿੱਝ ਕੇ ਕੁੱਟਿਆ ਕਰਦਾ ਸੀ, ਪਰ ਉਹ ਤੇ ਬੱਚਾ ਸੀ ਨਾ। ਮੇਰੀ ਮਾਂ ਤੋਂ ਦੁੱਧ ਤੇ ਬੱਚੇ ਬੱਚੀਆਂ ਦੀ ਕੋਈ ਆਸ ਨਹੀਂ ਰਹੀ ਸੀ। ਇੱਕ ਦਿਨ ਇੱਕ ਪਠਾਨ ਨੂੰ ਮੈਂ ਪੰਡਤ ਜੀ ਨਾਲ ਗੱਲਾਂ ਕਰਦਿਆਂ ਸੁਣਿਆ। ਪੰਡਤ ਜੀ ਮੇਰੀ ਮਾਂ ਦਾ ਜਾਂ ਇੰਝ ਕਹੋ ਆਪਣੀ ਮਾਤਾ ਦੇ ਸਰੀਰ ਦਾ ਮੁੱਲ ਵੱਟ ਰਹੇ ਸਨ। ਪਠਾਨ ਕਹਿ ਰਿਹਾ ਸੀ, 15 ਰੁਪਇਆਂ ਦਾ ਤਾਂ ਇਸ 'ਚ ਮਾਸ ਵੀ ਨਹੀਂ। ਵਸਾਵਾ ਸਿੰਘ ਲੰਬੜਦਾਰ ਬੜਾ ਹੁੱਜਤੀ ਸੀ। ਜਾਂਦਾ ਜਾਂਦਾ ਆ ਗਿਆ, ਪ੍ਰੋਤ ਜੀ ਇਹਨੂੰ ਗਊਸ਼ਾਲਾ ਭੇਜੋ। ਪ੍ਰੋਤ ਹੋਰਾਂ ਨੂੰ ਨਗਦ ਰੁਪਏ ਮਿਲਦੇ ਸਨ। ਉਹਨੇ ਗੱਲ ਸੁਣੀ ਅਣਸੁਣੀ ਕਰਤੀ। ਮੇਰੀ ਮਾਂ ਪਠਾਨ ਦੇ ਹੱਥ ਵੇਚ ਦਿੱਤੀ ਗਈ। ਵਸਾਵਾ ਸਿੰਘ ਨੇ ਮੇਰੀ ਮਾਂ ਨੂੰ ਗਊਸ਼ਾਲਾ ਪਹੁੰਚਾ ਦਿੱਤਾ ਹੁੰਦਾ, ਪਰ ਉਹ ਵੀ ਤਾਂ ਨਿਰਾ ਹੁੱਜਤੀ ਸੀ, ਨਾ ਗਊ ਗਰੀਬ ਦਾ ਅਖੌਤੀ ਰੱਖਿਅਕ। ਮੇਰੀ ਮਾਂ ਦੁੱਧੋਂ ਸੁੱਕ ਚੁੱਕੀ ਸੀ ਨਾ। ਆਹ ਦੁੱਧ ਪੁੱਤ ਦੀ ਆਸ ਤੇ ਗਊਆਂ ਤੇ ਮੁਟਿਆਰਾਂ ਖਰੀਦਣ ਵਾਲਾ ਇਹ ਹਿੰਦੂ ਸਮਾਜ, ਕੋਈ ਵੀ ਤੇ ਮੇਰੀ ਮਾਂ ਗਊਸ਼ਾਲਾ ਨਾ ਪਹੁੰਚਾ ਸਕਿਆ। ਪਰ ਲਿਖਾਰੀ, ਮੇਰਾ ਖਿਆਲ ਹੈ ਜੇ ਹਿੰਦ 'ਚ ਕੋਈ ਗਊਸ਼ਾਲਾ ਨਾ ਹੋਵੇ ਤਾਂ ਕੋਈ ਬੁੱਚੜਖਾਨਾ ਨਾ ਰਹੇ। ਕ੍ਰਿਸ਼ਨ ਮਹਾਰਾਜ ਦੇ ਵੇਲੇ ਕਿਹੜੀਆਂ ਗਊਸ਼ਾਲਾ ਸਨ, ਫਿਰ ਵੀ ਹਰ ਘਰ ਗਊਸ਼ਾਲਾ ਸੀ। ਬੁੱਢੀਆਂ ਗਾਵਾਂ ਦਾ ਉੱਥੇ ਪਾਲਣ ਹੁੰਦਾ ਸੀ, ਬੁੱਢੀਆਂ ਮਾਵਾਂ ਦਾ ਉੱਥੇ ਆਦਰ ਹੁੰਦਾ ਸੀ। ਉਸ ਸਮੇਂ ਹਿੰਦ 'ਚ ਦੁੱਧ ਦੀਆਂ ਨਦੀਆਂ ਚੱਲਦੀਆਂ ਸੀ। ਝੂਠ ਨਾ ਜਾਣੀ ਕਿ ਡੈਨਮਾਰਕ 'ਚ ਅੱਜ ਕੱਲ੍ਹ ਦੁੱਧ ਦੀਆਂ ਨਦੀਆਂ ਨਹੀਂ ਵਗਦੀਆਂ। ਮੈਨੂੰ ਇਹ ਗਊ ਉਹ ਵਿਦਵਾਨ ਜਾਪੀ ਜੋ ਦੁਨੀਆ ਦੇ ਹਰ ਮਾਮਲੇ 'ਤੇ ਆਪਣੀ ਨਜ਼ਰ ਰੱਖਦੀ ਹੈ। ਗਊ ਆਪਣੀ ਚਾਲੇ ਕਹੀ ਗਈ। ਡੈਨਮਾਰਕ ਦੇ ਹਰ ਗਊ ਖੇਤਰ ਦੇ ਫਰਸ਼ ਵਿੱਚੋਂ ਮੂੰਹ ਵੇਖਿਆ ਜਾ ਸਕਦਾ ਹੈ। ਉੱਥੋਂ ਦੀਆਂ ਗਊਆਂ ਦਿਨ 'ਚ 4 ਵਾਰੀ ਦੁੱਧ ਦਿੰਦੀਆਂ। ਚਾਰਾ ਜੋ ਰੱਜ ਕੇ ਮਿਲਦਾ। ਵੱਛੀਆਂ ਨੂੰ ਜਿੰਨਾ ਦੁੱਧ ਚਾਹੀਦਾ ਹੈ, ਸੇਵਾ ਕਰਕੇ ਉਹ ਤੋਂ ਕਈ ਗੁਣਾ ਵੱਧ ਚੋਇਆ ਜਾਂਦਾ ਹੈ ਅਤੇ ਵੱਛੇ ਬੱਚੀਆਂ ਨੂੰ ਰਜਾ ਕੇ ਛੱਡਿਆ ਜਾਂਦਾ ਹੈ। ਇਸ ਤਰ੍ਹਾਂ ਉਹਨਾਂ ਦੀ ਔਲਾਦ ਤੇ ਪੜ ਔਲਾਦ ਦਾ ਰਵਾ ਤਰੱਕੀ ਕਰਦਾ ਰਹਿੰਦਾ ਹੈ। ਹਾਂ, ਮੈਂ ਭੁੱਲ ਗਈ, ਸੇਵਾ ਖੁਣੋਂ ਮੈਂ ਵੀ ਰੁਲ ਗਈ। ਖਬਰੇ ਜੇ ਮੈਂ ਬੱਚੇ ਬੱਚੀਆਂ ਦੇਣ ਦੀ ਉਮਰ ਤੋਂ ਪਹਿਲਾਂ ਦੁੱਧ ਦੇਣ ਲੱਗ ਪੈਂਦੀ ਤਾਂ ਮੈਨੂੰ ਪੇਟ ਭਰ ਖਾਣ ਨੂੰ ਮਿਲਣ ਲੱਗ ਪੈਂਦਾ। ਮੇਰੀ ਇਹ ਦਸ਼ਾ ਦੇਖ ਕੇ ਪਿੰਡ ਦੇ ਖੇਮ ਸਿੰਘ ਤਰਖਾਣ ਨੇ ਮੈਨੂੰ ਖਰੀਦ ਲਿਆ। ਉਹਨੂੰ ਪਿੰਡ ਦਾ ਕੰਮੀ ਜਾਂ ਵਿਗਾੜ ਕੇ ਕਮੀਣ ਆਖਦੇ ਹੈ। ਪਿੰਡਾਂ ਵਾਲੇ ਕੰਮੀ ਦੇ ਅਰਥ ਦੀ ਮੈਨੂੰ ਕਦੇ ਪੂਰੀ ਸਮਝ ਨਹੀਂ ਆਈ। ਕੰਮੀ ਤਾਂ ਜੱਟ ਵੀ ਸੀ, ਕਿਉਂਕਿ ਉਹ ਕੰਮ ਕਰਦੇ ਸੀ। ਹਾਂ, ਖੇਮ ਸਿੰਘ ਤੇ ਜੱਟਾਂ ਦੇ ਕੰਮ ਦਾ ਫਰਕ ਸੀ। ਨਾਮ ਤੇ ਵੱਖੋ ਵੱਖਰੇ ਹੁੰਦੇ ਹੀ ਹੈ। ਜਿਵੇਂ ਮੇਰੀ ਮਾਂ ਦਾ ਨਾਂ ਸੀ ਗਦਰੀ, ਮੇਰਾ ਨਾਂ ਬਰਫੀ ਅਤੇ ਮੇਰੀਆਂ ਧੀਆਂ ਦੇ ਨਾਂ ਭਾਗੋ ਸ਼ਾਮੋ ਅਤੇ ਸੋਹਣੋ। ਪਰ ਅਸੀਂ ਸਾਰੀਆਂ ਗਊਆਂ ਸੀ, ਜਿਵੇਂ ਖੇਮ ਸਿੰਘ ਦੇ ਸਾਰੇ ਜੱਟ ਆਦਮੀ। ਪਰ ਕੰਮੀ ਤੇ ਗੈਰ ਕੰਮੀ ਦੀ ਮੈਨੂੰ ਸਮਝ ਨਹੀਂ ਆਈ। ਖਬਰੇ ਇਨਸਾਨੀ ਅਕਲ ਦੀਆਂ ਗੱਲਾਂ ਦੀ ਸਮਝ ਹੈਵਾਨੀ ਦਿਮਾਗ 'ਚ ਨਾ ਹੀ ਆ ਸਕਦੀ ਹੋਵੇ। ਉਸ ਗਊ ਦਾ ਦਿਮਾਗ ਮੈਨੂੰ ਦੁਨੀਆ ਦੇ ਬਹੁਤ ਚੰਗੇ ਆਗੂਆਂ ਦੇ ਮੁਕਾਬਲੇ ਦਾ ਜਾਪਿਆ। ਗਊ ਮਾਤਾ ਕਹਿੰਦੀ ਗਈ। ਖੇਮ ਸਿੰਘ ਦੇ 3 ਬੱਚੇ ਸੀ, ਚੰਨੋ, ਨਾਮਾ, ਪ੍ਰੀਤੂ। ਖੇਮ ਸਿੰਘ ਦੀ ਆਪਣੀ ਕੋਈ ਪੈਲੀ ਨਹੀਂ ਸੀ। ਉਹ ਕਿਰਤੀ ਸੀ, ਪਰ ਪੱਠਿਆਂ ਦੀ ਉਹਨੂੰ ਕਦੇ ਤੰਗੀ ਨਹੀਂ ਸੀ ਆਈ। ਉਹ ਹਰ ਇੱਕ ਅੱਗੇ ਨਿਉਂ ਜਾਂਦਾ ਸੀ, ਸਭ ਦਾ ਬੁੱਤਾ ਸਾਰ ਦਿੰਦਾ ਸੀ। ਉਹਦਾ ਵੱਡਾ ਭਰਾ ਸਵੈਮਾਨ ਵਾਲਾ ਬੰਦਾ ਸੀ। ਉਹ ਦਾਣਿਆਂ ਪੈਸਿਆਂ ਨੂੰ ਕੀਤੀ ਕਾਰ ਦਾ ਮੁੱਲ ਸਮਝਦਾ ਸੀ। ਉਹ ਕਹਿੰਦਾ ਹੁੰਦਾ ਸੀ, ਮੈਂ ਕਾਰ ਵੇਚਦਾ, ਜ਼ਮੀਰ ਨਹੀਂ। ਉਹ ਕਮੀਨ ਸ਼ਬਦ ਦੇ ਤਸਵ 'ਚ ਵਗਾਰਾਂ ਤੋਂ ਤੰਗ ਆ ਕੇ ਪ੍ਰਦੇਸ਼ ਚਲਾ ਗਿਆ ਸੀ। ਉਹ ਅਫਰੀਕਾ 'ਚ ਇੰਜੀਨੀਅਰ ਬਣ ਗਿਆ ਸੀ ਅਤੇ ਦੇਸ਼ ਆਉਣ ਦਾ ਨਾਂ ਨਹੀਂ ਸੀ ਲੈਂਦਾ। ਉਦੋਂ ਦਾ ਹੀ ਇਸ ਪਿੰਡ 'ਚ ਲੁਹਾਰ ਕੋਈ ਨਹੀਂ ਸੀ ਅਤੇ ਪਿੰਡ ਵਾਲਿਆਂ ਨੂੰ ਫਾਲੇ ਕਢਵਾਉਣ ਅਤੇ ਰੰਬੇ ਚੰਡਵਾਉਣ ਲਾਗਲੇ ਪਿੰਡ ਇੱਕ ਮੁਸਲਮਾਨ ਲੁਹਾਰ ਕੋਲ ਜਾਣਾ ਪੈਂਦਾ ਸੀ। ਹਾਂ, ਮੈਂ ਖੇਮ ਸਿੰਘ ਕੋਲ 3 ਸੂਏ। ਉਹਨਾਂ ਮੇਰੀ ਚੰਗੀ ਸੇਵਾ ਕੀਤੀ। ਮੈਂ ਉਹਨਾਂ ਦੇ ਘਰ ਭਰਵੀਂ ਦੇਹ ਅਤੇ ਸੋਹਣੀ ਸਿਹਤ ਪ੍ਰਾਪਤ ਕੀਤੀ। ਪਿੰਡ ਦੇ ਜੱਟਾਂ ਨੇ ਉਹਨੂੰ ਚੰਗੇ ਪੈਸੇ ਪੇਸ਼ ਕੀਤੇ, ਪਰ ਖੇਮ ਸਿੰਘ ਨੇ ਮੈਨੂੰ ਨਾ ਵੇਚਿਆ। ਇਹਦਾ ਕਾਰਨ ਚੰਨੋਂ ਦਾ ਮੇਰੇ ਨਾਲ ਪਿਆਰ ਸੀ। ਕਦੇ ਕਦੇ ਬਾਪੂ
ਵਾਂਢੇ ਜਾਂਦੇ ਤਾਂ ਉਹ ਮੇਰੇ ਲਈ ਘਾਹ ਤੱਕ ਵੀ ਖੋਤ ਲਿਆਉਂਦੀ। ਮੇਰੇ ਬੱਚੇ ਬੱਚਿਆਂ ਨੂੰ ਉਹ ਦੁੱਧ ਤੇ ਪੱਠਿਆਂ ਨਾਲ ਰਜਾ ਛੱਡਦੀ, ਪਰ ਦੁੱਧ ਦਹੀਂ ਮੱਖਣ ਉਹਨਾਂ ਦੇ ਘਰ ਫੇਰ ਵੀ ਕਦੇ ਨਹੀਂ ਸੀ ਥੁੜਿਆ। ਚੰਨੋ ਤੋਂ ਛੋਟਾ ਜਦੋਂ ਆਪਣਾ ਸਬਕ ਯਾਦ ਕਰਦਾ ਸੀ ਤਾਂ ਉਹ ਸੁਣਦੀ ਸੀ, गाय हमारे बड़े काम का जानवर है, ये दूध देती है, दूध से दही घी मक्खन पनीर और खोया बनता है, जिससे कितनी मिठाइयाँ तैयार की जाती हैं, घी से सैकड़े खाने बनते हैं, इसका गोबर खेतों और ईंधन के काम आता है, इसके बछड़े बड़े होकर हल हट छकड़े कोल्हू और खरास चलाते हैं, और तो और मरकर भी ये अपने चमड़े की जूतियाँ इंसान को पहनाती हैं। ਇਹ ਸੁਣ ਕੇ ਉਹ ਚੁੱਪ ਚਪੀਤੀ ਸਿਆਲੀ ਰਾਤ ਵਿੱਚ ਡੰਗਰਾਂ ਵਾਲੇ ਅੰਦਰ ਆ ਜਾਂਦੀ ਅਤੇ ਮੇਰੇ ਗਲ ਨੂੰ ਜੱਫੀ ਪਾ ਕੇ ਆਪਣੀ ਮਾਂ ਵਾਂਗ ਮੈਨੂੰ ਪਿਆਰ ਕਰਦੀ। ਜੇ ਨਾਮਾ ਕਦੇ ਭੁੱਲ ਕੇ ਮੈਨੂੰ ਪੁਰਾਣੀ ਲਾ ਬਹਿੰਦਾ ਤਾਂ ਉਹਨੂੰ ਡਾਂਟਦੀ, ਸਵਾਹ ਸਬਕ ਯਾਦ ਕਰਨਾ ਤੂੰ ਵੀਰੀ। ਨਾਮਾ ਜੀ ਨੂੰ ਮਾਸਟਰ ਹਰਨਾਮ ਆਖਣ ਲੱਗ ਪਿਆ ਸੀ। ਉਹਨੂੰ ਆਪਣੀ ਲਿਆਕਤ ਤੇ ਸੱਟ ਸਮਝ ਕੇ ਆਖਦਾ, ਮੈਂ ਜਮਾਤ ਦਾ ਮਨੀਟਰ ਹਾਂ ਭੈਣ ਜ਼ੀਰੋ, ਤੇ ਗਊ ਦਾ ਸਬਕ ਤੈਨੂੰ ਰੋਜ਼ ਭੁੱਲ ਜਾਂਦਾ ਵੀਰ। ਤੇ ਨਾਮਾ ਕਦੀ ਆਪਣੀ ਭੈਣ ਦੇ ਲੱਕ ਤੇ ਕਦੀ ਮੇਰੇ ਗਲ ਨਾਲ ਲਮਕ ਪੈਂਦਾ, ਕਹਿੰਦਾ ਮੈਂ ਕਦੀ ਵੀ ਨਾ ਮਾਰਾਂ ਆਪਣੀ ਬਰਫੋ ਨੂੰ। ਉਸ ਵੇਲੇ ਸੱਚੀ ਮੁੱਚੀ ਮੈਂ ਆਪਣੇ ਆਪ ਨੂੰ ਇਨਸਾਨਾਂ ਦੀ ਮਾਤਾ ਪ੍ਰਤੀਤ ਕਰਦੀ। ਆਖਰ ਚੰਨੋ 14ਵੀਂ ਦਾ ਚੰਨ ਬਣਦੀ ਗਈ। ਖੇਮ ਸਿੰਘ ਗਰੀਬ ਸੀ, ਪਰ ਉਸ ਵਿਆਹ ਕਰਨ ਦਾ ਇੰਤਜ਼ਾਮ ਕੀਤਾ। ਉਹ ਚੰਨੋ ਦਾ ਮੇਰੇ ਨਾਲ ਪਿਆਰ ਦੇਖ ਕਿਹਾ ਕਰਦਾ ਸੀ, ਚੰਨੋ ਬਰਫੋ ਮੈਂ ਤੇਰੀ ਦਾਜ 'ਚ ਦੇ ਦੇਣੀ ਹੈ। ਉਹਨੂੰ ਆਪਣੇ ਭਰਾ ਤੋਂ ਬੜੀਆਂ ਆਸਾਂ ਸੀ, ਪਰ ਉਹ ਅਫਰੀਕਾ ਤੋਂ ਨਾ ਆਇਆ ਤੇ ਲਿਖ ਭੇਜਿਆ ਕਿ ਮੈਂ ਐਸੇ ਦੇਸ਼ 'ਚ ਨਹੀਂ ਆਉਣਾ ਜਿੱਥੇ ਇੱਕੋ ਨਸਲ ਤੇ ਇੱਕੋ ਮਜ਼ਹਬ ਦੇ ਆਦਮੀ ਕੰਮ ਦੇ ਵੇਰਵਿਆਂ ਦੀ ਬਿਨਾਂ ਤੇ ਇੱਕ ਦੂਜੇ ਨੂੰ ਨਫ਼ਰਤ ਕਰਦੇ ਹਨ। ਜੀਵਨ 'ਚ ਕਦੇ ਇੱਕ ਸਮਾਂ ਆਉਂਦਾ ਹੈ ਜਦੋਂ ਕਿਸੇ ਪਿਆਰੇ ਲਈ ਵਿਕ ਜਾਣਾ ਵੀ ਚੰਗਾ ਲੱਗਦਾ ਹੈ। ਚੰਨੋ ਦੀ ਮਰਜ਼ੀ ਦੇ ਵਿਰੁੱਧ ਆਪਣੇ ਕੁੜਮਾਂ ਦੀ ਸ਼ਾਨ ਰੱਖਣ ਲਈ, ਉਹਨਾਂ ਨੂੰ 2 ਡੰਗ ਵੱਧ ਰੋਟੀ ਦੇ ਸਕਣ ਲਈ ਖੇਮ ਸਿੰਘ ਨੇ ਮੈਨੂੰ ਵੇਚਣ ਦੀ ਠਾਣੀ। ਹਾਏ, ਮੈਂ ਆਪਣੇ ਦਿਲ ਦੀ ਕੀ ਦੱਸਾਂ। ਮੈਂ ਆਪਣੇ ਬੱਚੇ ਬੱਚੀਆਂ ਵਿਛੋੜ ਕੇ ਕਦੇ ਇੰਨੀ ਦੁਖੀ ਨਹੀਂ ਸੀ ਹੋਈ ਜਿੰਨੀ ਉਸ ਦਿਨ ਚੰਨੋ ਤੋਂ ਵਿਛੜ ਕੇ ਹੋਈ। ਮੈਂ ਕਈ ਵਾਰੀ ਮੁੜ ਮੁੜ ਕੇ ਦੇਖਿਆ, ਚੰਨੋ ਰੋ ਰਹੀ ਸੀ, ਜਿਵੇਂ ਵਿਆਹ ਨਾ ਕਰਵਾ ਕੇ ਵੀ ਮੈਨੂੰ ਰੱਖਣਾ ਲੋੜਦੀ ਹੋਵੇ। ਪਰ ਦੁਨੀਆ ਨੇ ਕਦੇ ਨੌਜਵਾਨਾਂ ਦੇ ਜਜ਼ਬਿਆਂ ਦੀ ਪਰਵਾਹ ਕੀਤੀ ਹੈ? ਮੈਂ ਦੂਸਰੀ ਥਾਂ ਵਿਕ ਗਈ। ਇਸ ਵਾਰ ਮੈਨੂੰ ਅੰਮ੍ਰਿਤਸਰ ਦੇ ਖੈਰਦੀਨ ਲੁਹਾਰ ਨੇ ਖਰੀਦਿਆ। ਉਹ ਵੀ ਅਧਖੜ ਉਮਰ ਦਾ ਇੱਕ ਤਕੜਾ ਕਿਰਤੀ ਸੀ। ਬਾਕੀ ਦਾ ਜੀਵਨ ਮੈਂ ਉਹਦੇ ਘਰ ਗੁਜ਼ਾਰਿਆ ਤੇ ਉਹਨਾਂ ਨੇ ਕੋਈ ਮੇਰੇ 8 ਸੂਏ ਪੀਤੇ। ਉਹ ਮੇਰੇ ਤੇ ਬੜੇ ਖੁਸ਼ ਸਨ। ਉਹ, ਉਹਦੇ 2 ਪੁੱਤਰ ਤੇ ਨਿੱਕੀ ਧੀ। ਉਹ ਮੈਨੂੰ ਮਾਤਾ ਤੇ ਨਹੀਂ ਕਹਿੰਦੇ ਸੀ, ਪਰ ਉਹਨਾਂ ਦਾ ਵਤੀਰਾ ਮੇਰੇ ਨਾਲ ਮਾਵਾਂ ਤੋਂ ਵੀ ਵੱਧ ਕੇ ਸੀ। ਮੇਰਾ ਕਮਰਾ ਸੁੱਕਾ ਰੱਖਣ ਦਾ ਯਤਨ ਕੀਤਾ ਜਾਂਦਾ ਸੀ। ਮੇਰੇ ਹੇਠ ਸਿਆਲ ਨੂੰ ਪਰਾਲੀ ਦਾ ਬਿਸਤਰਾ ਵਿਛਾਇਆ ਜਾਂਦਾ ਸੀ। ਉਹਦਾ ਨਿੱਕਾ ਮੁੰਡਾ ਲਤੀਫ, ਜੋ ਕਾਲਜ ਪੜ੍ਹਦਾ ਸੀ, ਇੱਕ ਸਿਆਲ ਜਦ ਬੜੀ ਠੰਡ ਪਈ ਤਾਂ ਮੇਰੇ ਕਮਰੇ ਨੂੰ ਅੱਗ ਬਾਲ ਕੇ ਗਰਮ ਕਰਦਾ ਹੁੰਦਾ ਸੀ। ਮੇਰੇ ਤੇ ਕੰਬਲ ਦਿੱਤੇ ਜਾਂਦੇ ਸਨ। ਉਹਨਾਂ ਦੇ ਘਰ ਬਕਰੀਦ ਵਾਲੇ ਦਿਨ ਵੀ ਮੋਟਾ ਮਾਸ ਨਹੀਂ ਸੀ ਬਣਦਾ। ਖੈਰਦੀਨ ਕਹਿੰਦਾ ਹੁੰਦਾ ਸੀ, ਗਾਂ ਦਾ ਮਾਸ ਵੇਖ ਕੇ ਮੈਨੂੰ ਉਲਟੀ ਆ ਜਾਂਦੀ ਹੈ। ਨਿੱਕਾ ਲਤੀਫ ਆਖਦਾ ਸੀ, ਅੱਬਾ ਜਾਨ, ਜਦ ਜਿੰਦਾ ਰੱਖ ਕੇ ਉਹਦੀ ਖਿਦਮਤ ਕਰਕੇ ਅਸੀਂ ਉਹਦੀਆਂ ਨਿਯਮਤਾਂ ਖਾ ਸਕਦੇ ਹਾਂ ਤਾਂ ਗਊ ਨੂੰ ਜ਼ਿਬਾ ਕਰਨ ਦੀ ਕੀ ਜ਼ਰੂਰਤ ਹੈ? ਦੁੱਧ ਕੀ ਹੈ? ਗਊ ਦਾ ਖੂਨ ਕੁਦਰਤ ਵੱਲੋਂ ਸਫੈਦ ਬਣਾ ਦਿੱਤਾ ਗਿਆ ਆਬੇ ਹਯਾਤ। ਲਤੀਫ, ਤੂੰ ਦਰੁਸਤ ਤਾਲੀਮ ਹਾਸਲ ਕੀਤੀ, ਖਿਦਮਤ ਤੇ ਪ੍ਰਸਤਸ਼ ਦੇ ਰਹਿਣ ਦਿਓ। ਚੰਗਾ ਵਪਾਰ ਵੀ ਇਹੋ ਹੈ ਜਿਸ 'ਚ ਵੱਧ ਤੋਂ ਵੱਧ ਨਫੇ ਦੇ ਇਵਜ਼ ਵਿੱਚ ਦੂਸਰੇ ਨੂੰ ਵੱਧ ਤੋਂ ਵੱਧ ਫਾਇਦੇ ਦਾ ਮੌਕਾ ਦਿੱਤਾ ਜਾਵੇ। ਖਿਦਮਤ ਤਰੇ ਇੱਕ ਪਾਸੇ, ਅਸੀਂ ਗਊ ਨਾਲ ਦਰੁਸਤ ਸੌਦਾ ਵੀ ਨਹੀਂ ਕਰ ਰਹੇ। ਗਊ ਇੱਥੇ ਆ ਕੇ ਕੁਝ ਚਿਰ ਲਈ ਰੁਕ ਗਈ, ਜਿਵੇਂ ਮੈਨੂੰ ਚੰਗੀ ਤਰ੍ਹਾਂ ਸੋਚਣ ਦਾ ਮੌਕਾ ਦਿੱਤਾ ਹੋਵੇ। ਮੈਂ ਸੋਚਿਆ, ਕਿਸੇ ਨੇ ਹਿੰਦੂ ਮੁਸਲਿਮ ਸਿੱਖਾਂ ਗੱਲ ਕੀ ਸਾਰੇ ਹਿੰਦੁਸਤਾਨੀਆਂ ਨਾਲ ਭੈੜਾ ਸੌਦਾ ਕੀਤਾ ਹੈ। ਅਸੀਂ ਸਾਰੇ ਸੌਦੇ ਨੂੰ ਸਮਝ ਨਹੀਂ ਸਕੇ। ਤਾਈਓਂ ਤੇ ਖੈਰਦੀਨ ਵਰਗੇ ਲੁਹਾਰਾਂ ਤੇ ਖੇਮ ਸਿੰਘ ਵਰਗੇ ਤਰਖਾਣਾਂ ਨੂੰ ਆਪੋ ਆਪਣਾ ਵਤਨ ਛੱਡ ਕੇ ਓਪਰੀਆਂ ਭੋਆਂ ਕੱਛਣੀਆਂ ਪਈਆਂ। ਇਹਨਾਂ ਦਾ ਕੀ ਕਸੂਰ ਸੀ? ਪਰ ਬਾਹਰਲੇ ਪੰਚ ਦਾ ਇਸੇ 'ਚ ਲਾਭ ਸੀ। ਖੋਟ ਦੇ ਵਪਾਰੀਆਂ ਨੇ ਹਿੰਦ ਨੂੰ ਖੋਟਾ ਵਪਾਰ ਸਿਖਾ ਦਿੱਤਾ। ਬੇਗੁਨਾਹਾਂ ਨੂੰ ਵੱਧ ਚੜ੍ਹ ਕੇ ਮਾਰਨ ਵਿੱਚ ਮੁਸਲਮਾਨਾਂ ਤੋਂ ਹਿੰਦੂਆਂ ਸਿੱਖਾਂ ਨੇ ਸਾਂਝੇ ਵਤਨ ਦਾ ਕੋਈ ਫਾਇਦਾ ਨਹੀਂ ਸੋਚਿਆ। ਅਸੀਂ ਓਪਰੀ ਚੁੱਕ ਚਾ ਕੇ ਇੱਕ ਦੂਜੇ ਨਾਲ ਰੱਜ ਰੱਜ ਖੋਟਾ ਵਪਾਰ ਕੀਤਾ। ਗਊ ਨੇ ਫਿਰ ਬੋਲਣਾ ਸ਼ੁਰੂ ਕੀਤਾ, ਮੈਂ 3 ਸਾਲ ਤੋਂ ਦੁੱਧ ਬੱਚੇ ਦੇਣੋਂ ਹਟ ਚੁੱਕੀ ਹਾਂ। ਮੈਨੂੰ ਡਰ ਸੀ ਮੈਨੂੰ ਮੇਰੀ ਮਾਂ ਵਾਂਗ ਕਸਾਈ ਦੇ ਹੱਥ ਨਾ ਵੇਚ ਦਿੱਤਾ ਜਾਏ। ਇਸ ਬੁਢੇਪੇ 'ਚ ਮੇਰੀ ਸੇਵਾ ਕਰਕੇ ਖੈਰਦੀਨ ਕਿਆਂ ਸਾਬਤ ਕੀਤਾ ਕਿ ਪਿਛਲੀ ਸੇਵਾ ਬਦਲੇ ਗਊ ਨੂੰ ਵੀ ਪੈਨਸ਼ਨ ਦਾ ਹੱਕ ਹੈ। ਆਖਰ ਬੱਚਾ ਇੱਕ ਦਿਨ ਆਇਆ ਜਦ ਅੰਮ੍ਰਿਤਸਰ ਦੇ ਮਹੱਲਿਆਂ 'ਚ ਲਹੂ ਤਿਹਾਏ ਕਾਤਲਾਂ ਨੇ ਅਲੀ, ਅਕਾਲ ਤੇ ਮਹਾਦੇਵ ਦੇ ਨਾਅਰੇ ਲਾਏ।
ਛੁਰੇ ਖੁੱਭਦੇ ਸਨ, ਤਲਵਾਰਾਂ ਚੱਲਦੀਆਂ ਸਨ, ਗੋਲੀਆਂ ਵਰਦੀਆਂ ਸਨ ਤੇ ਬੰਬ ਫਟਦੇ ਸਨ। ਖੈਰਦੀਨ ਕਹਿੰਦਾ ਸੀ, ਅਫਸਰ ਮੁਸਲਮਾਨਾਂ ਵੱਲ ਹਨ ਤੇ ਅਫਸਰਾਂ ਦਾ ਅਫਸਰ ਵੀ ਤੂੰ ਜਾਣਦਾ ਹੈ ਨਾ ਲਤੀਫ। ਲਤੀਫ ਹਾਂ 'ਚ ਸਿਰ ਹਿਲਾਉਂਦਾ ਤੇ ਖੈਰਦੀਨ ਗੱਲ ਜਾਰੀ ਰੱਖਦਾ। ਇਹ ਚਾਹੁੰਦਾ ਹੈ, ਪਰ ਹੈ ਇਹ ਬੇਇਨਸਾਫੀ। ਜਿਹੜਾ ਅੱਜ ਮੁਸਲਮਾਨਾਂ ਵੱਲ ਹੈ, ਕੱਲ੍ਹ ਹਿੰਦੂਆਂ ਵੱਲ ਸੀ, ਉਹ ਫਿਰ ਹਿੰਦੂਆਂ ਸਿੱਖਾਂ ਵੱਲ ਹੋ ਸਕਦਾ ਹੈ। ਇਹ ਅੱਗ ਉਸੇ ਦੀ ਲਾਈ ਹੋਈ ਹੈ। ਉਹ ਆਪਣੀ ਗਲੀ ਦੇ ਮੁਸਲਮਾਨ ਗੁੰਡਿਆਂ ਨੂੰ ਸਮਝਾਉਂਦਾ। ਨਫ਼ਰਤ ਇੰਨੀ ਵੱਧ ਚੁੱਕੀ ਸੀ ਕਿ ਹਰ ਹਿੰਦੂ ਸਿੱਖ ਚੰਗੇ ਮਾੜੇ ਦੀ ਪਰਖ ਬਗੈਰ ਹਰ ਮੁਸਲਮਾਨ ਦਾ ਵੈਰੀ ਸੀ। ਨਹੀਂ ਤੇ ਖੈਰਦੀਨ ਉਹਨਾਂ ਨੂੰ ਮਹੱਲੇ ਜਾ ਕੇ ਸਮਝਾਉਂਦਾ, ਪਰ ਉਹਦੀ ਗੱਲ ਤਾਂ ਉਹਦੇ ਆਪਣੇ ਭਰਾ ਵੀ ਨਹੀਂ ਸੀ ਸੁਣ ਰਹੇ। ਆਖਰ ਉਹ ਦਿਨ ਆਇਆ ਕਿ ਖੈਰਦੀਨ ਹੋਰਾਂ ਨੂੰ ਅੰਮ੍ਰਿਤਸਰ ਛੱਡਣਾ ਪਿਆ। ਉਹ ਮੈਨੂੰ ਵੀ ਨਾਲ ਲਿਜਾਣਾ ਚਾਹੁੰਦੇ ਸੀ, ਪਰ ਇਹ ਅਸੰਭਵ ਸੀ। ਉਹ ਸਾਰੇ ਟੁਰ ਪਏ, ਪਰ ਉਸ ਟੱਬਰ 'ਚੋਂ ਕਈ ਨਹੀਂ ਸੀ ਜਿਹਦੀਆਂ ਅੱਖਾਂ 'ਚ 2 ਅੱਥਰੂ ਨਹੀਂ ਸਨ। ਇਹ ਅੱਥਰੂ ਮੇਰੇ ਲਈ ਸਨ ਜਾਂ ਆਪਣੇ ਵਤਨ ਲਈ, ਖਬਰੇ ਇੱਕ ਅੱਥਰੂ ਦੋਵਾਂ ਵਾਸਤੇ ਹੋਵੇ। ਉਸ ਦਿਨ ਮੈਂ ਫਿਰ ਚੰਨੋ ਤੋਂ ਵਿਛੜਨ ਵਾਲੀ ਪੀੜ ਵਰਗੀ ਪੀੜ ਮਹਿਸੂਸ ਕੀਤੀ, ਪਰ ਉਹਨਾਂ ਲਈ ਕੁਝ ਕਰ ਸਕਣ ਵਾਲੀ ਤਸੱਲੀ ਐਤਕੀ ਨਹੀਂ ਸੀ। ਐਤਕੀ ਦੀ ਪੀੜ ਅਸਹਿ ਸੀ। ਇੱਕ ਤੂਫਾਨ, ਇੱਕ ਭੂਚਾਲ, ਜਵਾਲਾਮੁਖੀ ਦਾ ਇੱਕ ਚੱਲਦਾ ਬਲਦਾ ਸਾਹ ਉਸ ਗਲੀ 'ਚ ਦਾਖਲ ਹੋਇਆ। ਠੂ ਠਾ ਮਗਰੋਂ ਮਕਾਨਾਂ ਨੂੰ ਅੱਗਾਂ ਲੱਗ ਗਈਆਂ। ਖੈਰਦੀਨ ਹੋਰੀ ਮੈਨੂੰ ਕਾਹਲੀ 'ਚ ਥੰਮੀ ਨਾਲੋਂ ਖੋਲ੍ਹਣਾ ਭੁੱਲ ਗਏ ਸਨ। ਇੱਕ ਨੇ ਕਿਹਾ, ਉਹ ਗਊ ਤੜਫ ਰਹੀ ਹੈ। ਦੂਜੇ ਨੇ ਕਿਹਾ, ਸੜਨ ਦੇ, ਮੁਸਲਮਾਨ ਦੀ ਹੈ ਨਾ। ਇੱਕ ਹਿੰਦੂ ਤੇ ਦੂਜਾ ਸਿੱਖ। ਆਖਰ ਮੈਂ ਜ਼ੋਰ ਲਾਇਆ। ਥੰਮੀ ਜੋ ਉੱਤੋਂ ਸੜ ਚੁੱਕੀ ਸੀ ਨਿਕਲ ਗਈ। ਮੈਂ ਖੱਬੀ ਵੱਖੀ ਸੜਵਾ ਕੇ ਬਾਜ਼ਾਰ ਨੂੰ ਉੱਠ ਭੱਜੀ। ਬਾਜ਼ਾਰਾਂ 'ਚ ਹਿੰਦੂ ਸਿੱਖ ਦੁੱਧ ਵਾਲੀਆਂ ਗਊਆਂ ਮੱਝਾਂ ਤਾੜ ਕੇ ਕਾਬੂ ਕਰ ਰਹੇ ਸਨ। ਨਫੇਬਾਜ਼ਾਂ ਦੀ ਕੌਮ ਵਿੱਚੋਂ ਕੌਣ ਮੇਰੇ ਵਰਗੀ ਨਿਰੇ ਪੱਠਿਆਂ ਦੇ ਖਰਚ ਗਲ ਪਾਉਂਦਾ। ਨਫੇਬਾਜ਼ਾਂ ਦੀ ਕੌਮ ਤੇ ਕਾਲੇ ਬਾਜ਼ਾਰੀਆਂ ਦੀ ਸੰਪਰਦਾ ਕਦੇ ਜ਼ਿੰਦਾ ਨਹੀਂ ਰਹਿ ਸਕਦੀ, ਤੇ ਜੇ ਉਹਨਾਂ ਨੂੰ ਜਿਉਂਦਾ ਮਨਜ਼ੂਰ ਹੈ ਤਾਂ ਉਹਨਾਂ ਨੂੰ ਜੀਵਨ ਦਾ ਦ੍ਰਿਸ਼ਟੀਕੋਣ ਬਦਲਣਾ ਪਏਗਾ। ਅੰਮ੍ਰਿਤਸਰ ਸਿਫਤੀ ਦਾ ਘਰ 'ਚ ਮੈਂ 11 ਦਿਨ ਭੁੱਖੀ ਰਹੀ। ਮੇਰਾ ਪਾਸਾ ਸੜਿਆ ਹੋਇਆ, ਕੀੜੇ ਪੈ ਗਏ ਹੈ। ਮੇਰੀ ਕਹਾਣੀ ਦਾ ਅੰਤ ਨੇੜੇ ਆ ਗਿਆ ਹੈ। ਲਿਖਾਰੀ ਵੀਰਾ, ਤੂੰ ਜੁਗ ਜੁਗ ਜੀਵੇਂ। ਮੇਰੀ ਕਹਾਣੀ ਤੇਰੀ ਕਲਮ ਦੇ ਸਿਰ ਜਾਦੂ ਵਾਂਗ ਚੜ੍ਹ ਕੇ ਬੋਲੇ। ਵੇਖ, ਉਹ ਕਮਾਦ ਕਿਸੇ ਮੁਸਲਮਾਨ ਦਾ ਸੀ। ਉਹਦਾ ਹੁਣ ਇੱਕ ਸਿੱਖ ਮਾਲਕ ਬਣ ਗਿਆ। ਉਹਨੇ ਮੇਰੇ ਪਿੰਡੇ 'ਤੇ ਆਖਰੀ ਲਾਸਾਂ ਪਾਈਆਂ। ਆਖੀ ਵੇ ਪੁੱਤਰਾ, ਇਹਨਾਂ ਵੱਡਿਆਂ ਨੂੰ ਆਖੀ, ਮੈਂ ਆਪਣੇ ਦੇਸ਼ 'ਚ ਉੱਜੜੀ ਹੋਈ ਹਾਂ। ਮੁੜ ਵਸਾਉਣ ਦੀ ਕੋਈ ਸਕੀਮ ਸਫਲ ਨਹੀਂ ਹੋਏਗੀ ਜਦ ਤੱਕ ਨਵੇਂ ਵਸਾਏ ਘਰਾਂ 'ਚ ਮੈਂ ਮੁੜ ਆਬਾਦ ਨਹੀਂ ਹੁੰਦੀ। ਤੂੰ ਰੋ ਨਾ ਬੀਬਾ ਪੁੱਤਰ, ਤੇਰਾ ਖੀਸਾ ਖਾਲੀ ਹੈ ਤਾਂ ਕਿ ਤੇਰਾ ਦਿਲ ਤਾਂ ਦਰਦ ਨਾਲ ਭਰਿਆ ਹੋਇਆ ਨਾ। ਇਹ ਕਹਿੰਦੀ ਉਹ ਹਟਕੋਰੇ ਲੈਂਦੀ ਡਿੱਗ ਪਈ। ਮੈਂ ਬੇਵਜ੍ਹਾ ਅਗਾਂਹ ਵਧਿਆ। ਗਊ ਕਿੱਥੋਂ? ਉਹ ਤਾਂ ਮਾਂ ਸੀ। ਨਹੀਂ, ਉਹ ਭਾਰਤ ਮਾਂ ਸੀ। ਭਾਰਤ ਮਾਤਾ, ਗਊ ਮਾਤਾ, ਤੇਰੀ ਮਾਂ। ਮੈਂ ਉੱਚੀ ਪੁਕਾਰ ਉੱਠਿਆ, ਮੇਰੀ ਇਹ ਦਸ਼ਾ। ਭਾਈ ਜੀ, ਕੀ ਹੋਇਆ ਜੇ? ਇੱਕ ਓਪਰੇ ਲਾਲੇ ਨੇ, ਜਿਹਨੇ ਮੂੰਹ 'ਤੇ ਰੁਮਾਲ ਰੱਖਿਆ ਸੀ, ਮੈਨੂੰ ਹਲੂਣਿਆ। ਚਾਟੀਵਿੰਡ ਦਰਵਾਜ਼ੇ ਅੰਦਰ ਕੂੜੇ ਦੇ ਢੇਰ ਲੱਗ ਗਏ। ਉਹ ਗਊ ਮੋਈ ਪਈ ਸੀ, ਜਿਹਨੂੰ ਕੱਲ੍ਹ ਮੈਂ ਇਸੇ ਢੇਰ 'ਚੋਂ ਗੰਨਿਆਂ ਦੀਆਂ ਸੁੱਕੀਆਂ ਛਿੱਲੜਾਂ ਚੁਣ ਕੇ ਚਰਦਿਆਂ ਵੇਖਿਆ ਸੀ। ਕੀ ਇਹ ਉਸੇ ਦੀ ਮੌਤ ਤੋਂ ਉੱਠਿਆ ਉਬਾਲ ਸੀ ਜੋ ਬੋਲਦੇ ਚਲ ਚਿੱਤਰ ਵਾਂਗ ਮੇਰੀਆਂ ਅੱਖਾਂ ਅੱਗੋਂ ਮਿੰਟਾਂ ਸਕਿੰਟਾਂ 'ਚ ਫਿਰ ਗਿਆ ਸੀ? ਕੀ ਇਹ ਮੇਰੇ ਜਾਗਦੇ ਸੁਪਨਿਆਂ ਦੀ ਕਹਾਣੀ ਸੀ? ਪਰ ਕਿੰਨੀ ਸੱਚੀ ਸੀ। ਧੰਨਵਾਦ।